ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰੀ ਵਿਰਾਜਮਾਨ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਸੰਗਤਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀਗਾ। ਬਹੁਤ ਜ਼ਿਆਦਾ ਇਕੱਠ ਉਹਨਾਂ ਟਾਈਮਾਂ ਦੇ ਵਿੱਚ ਹੁੰਦਾ ਸੀਗਾ। ਸੋ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਸੰਤੋਖ ਸਿੰਘ ਇੱਕ ਟਰਾਂਸਪੋਰਟ ਕੰਪਨੀ ਦੇ ਮਾਲਕ ਸੀਗੇ। ਉਹਨਾਂ ਦੇ ਘਰੋਂ ਰੋਜ਼ ਪ੍ਰਸ਼ਾਦਾ ਤਿਆਰ ਹੋ ਕੇ ਡੱਬੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣ ਵਾਸਤੇ ਆਉਂਦਾ ਹੁੰਦਾ ਸੀਗਾ। ਇੱਕ ਭਾਈ ਅਰਜਨ ਸਿੰਘ ਜੀ ਹੋਏ ਆ, ਇਹ ਵੀ ਮਹਾਂਪੁਰਖਾਂ ਦੇ ਬੜੇ ਪ੍ਰੇਮੀ ਸੀਗੇ। ਅਤੇ ਇਹਨਾਂ ਦਾ ਇੱਕ ਦੋਹਤਾ ਜਿਹਦਾ ਨਾਂ ਸੀ ਦਰਸ਼ਨ ਸਿੰਘ, ਜਿਹਦੀ ਉਮਰ ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ 10-11 ਸਾਲ ਦੀ ਸੀ। ਇੱਕ ਦਿਨ ਇਹਦੇ ਮਨ ਦੇ ਵਿੱਚ ਬੜਾ ਚਾਅ ਆਇਆ ਕਿ ਮੈਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨ ਕਰਨੇ ਆ। ਜਦ ਫਿਰ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਅਰਜਨ ਸਿੰਘ ਹੁਣਾਂ ਨੇ ਸੋਚਿਆ ਵੀ ਕਾਕਾ ਹੁਣ ਬੜਾ ਖੜੇ ਪੈ ਗਿਆ ਅਤੇ ਇਸ ਨੂੰ ਕਿਸੇ ਦੇ ਨਾਲ ਭੇਜੇ ਜੀਏ। ਫਿਰ ਮਨ ਦੇ ਵਿੱਚ ਆਇਆ ਵੀ ਸਰਦਾਰ ਸੰਤੋਖ ਸਿੰਘ ਜਿਹੜੇ ਟਰਾਂਸਪੋਰਟ ਕੰਪਨੀ ਦੇ ਮਾਲਕ ਆ, ਉਹਨਾਂ ਦੇ ਘਰੋਂ ਰੋਜ਼ ਇੱਕ ਡੱਬਾ ਪ੍ਰਸ਼ਾਦੇ ਦਾ ਜਾਂਦਾ ਕਿ ਉਹਨਾਂ ਆਪਣੇ ਇਸ ਕਾਕੇ ਨੂੰ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਮਹਾਂਪੁਰਖਾਂ ਦੇ ਪਾਸ ਭੇਜ ਦੇਈਏ। ਸੋ ਅਗਲੇ ਦਿਨ ਦਰਸ਼ਨ ਸਿੰਘ ਜਿਹੜਾ ਸੀਗਾ ਸਰਦਾਰ ਸੰਤੋਖ ਸਿੰਘ ਟਰਾਂਸਪੋਰਟ ਕੰਪਨੀ ਦਾ ਮਾਲਕ, ਉਹਨਾਂ ਦੇ ਘਰੋਂ ਜਿਹੜਾ ਪ੍ਰੇਮੀ ਡੱਬਾ ਲੈ ਕੇ ਜਾਂਦਾ ਸੀਗਾ, ਉਹਦੇ ਨਾਲ ਇਹਨਾਂ ਨੂੰ ਨਾਨਕਸਰ ਕਲੇਰੀ ਭੇਜ ਦਿੱਤਾ। ਜਦ ਇਹ ਬੱਚਾ ਨਾਨਕਸਰ ਕਲੇਰੀ ਗਿਆ ਅਤੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਜਦ ਰਾਤ ਹੋਈ ਅਤੇ ਮਹਾਂਪੁਰਖਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਇੰਦਰ ਸਿੰਘ ਗੱਡੇ ਨੂੰ ਆਵਾਜ਼ ਮਾਰੀ, ਉਹਨੂੰ ਕਹਿਣ ਲੱਗੇ ਕਿ ਆਹ ਜਿਹੜਾ ਬੱਚਾ ਹੈਗਾ ਇਹ ਬੜਾ ਛੋਟਾ ਹੈਗਾ ਹੈ, ਇਸ ਕਰਕੇ ਇਹਨੂੰ ਆਪਾਂ ਦੂਰ ਨਾ ਪਾਈਏ। ਤੁਸੀਂ ਇਸ ਤਰ੍ਹਾਂ ਕਰੋ, ਇਸ ਬੱਚੇ ਨੂੰ ਸਾਡੇ ਲਾਗੇ ਇੱਕ ਬੋਰੀ ਵਿਛਾ ਕੇ ਇਹਦਾ ਉੱਤੇ ਬਿਸਤਰਾ ਕਰ ਦਿਓ ਅਤੇ ਇਹ ਬੱਚਾ ਜਾਣੀ ਕਿ ਇੱਥੇ ਹੀ ਸਾਡੇ ਨਜ਼ਦੀਕ ਸੌਂ ਜਾਵੇ। ਸੋ ਉਸ ਤੋਂ ਬਾਅਦ ਇਹ ਕਾਕਾ ਦਰਸ਼ਨ ਸਿੰਘ ਜਿਹੜਾ ਸੀਗਾ, ਉਹਦਾ ਬਿਸਤਰਾ ਜਿਹੜਾ ਸੀਗਾ ਇੰਦਰ ਸਿੰਘ ਗੱਡੇ ਨੇ ਨਾਲ ਕਰ ਦਿੱਤਾ ਅਤੇ ਉੱਥੇ ਇਹਨੂੰ ਪ੍ਰਸ਼ਾਦਾ ਦਿੱਤਾ। ਪ੍ਰਸ਼ਾਦਾ ਪਾਣੀ ਛਕ ਕੇ ਇਹ ਉੱਥੇ ਜਿਹੜਾ ਸੀ ਉਹ ਲੰਮਾ ਪੈ ਗਿਆ। ਜਦ ਲੰਮਾ ਪੈ ਗਿਆ ਫਿਰ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ, ਜਦ ਰਾਤ ਨੂੰ ਇਹਦੇ ਪਾਸ ਆਏ ਆ, ਇਹਨੂੰ ਕਹਿਣ ਲਈ ਲੈ ਵੀ ਕਾਕਾ ਸਾਨੂੰ ਕੋਈ ਸਾਖੀ ਸੁਣਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਭਾਈ ਦਰਸ਼ਨ ਸਿੰਘ ਹੁਣਾਂ ਨੇ ਭਾਈ ਨੰਦ ਲਾਲ ਜੀ ਦੀ ਇੱਕ ਸਾਖੀ ਸੁਣਾਈ ਅਤੇ ਜਦ ਸਾਖੀ ਸੁਣੀ ਮਹਾਂਪੁਰਖਾਂ ਨੇ ਬੜੇ ਪ੍ਰਸੰਨ ਹੋਏ ਅਤੇ ਫਿਰ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਸ ਤਰ੍ਹਾਂ ਕਰਿਆ ਕਰ, ਤੂੰ ਗੁਰਬਾਣੀ ਵੀ ਜ਼ਰੂਰ ਪੜ੍ਹਿਆ ਕਰ, ਉਹਦੀ ਵੀ ਵਿਆਖਿਆ ਕਰਿਆ ਕਰ। ਸੋ ਇਸ ਤਰ੍ਹਾਂ ਇਸ ਬੱਚੇ ਨੂੰ ਜਿਹੜੀ ਲਗਨ ਸੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਬਚਨਾਂ ਸਦਕਾ ਲੱਗੀ ਸੀ, ਕਿਉਂਕਿ ਬਾਬਾ ਨੰਦ ਸਿੰਘ ਹੁਣਾਂ ਦੇ ਸਮੇਂ ਦੇ ਵਿੱਚ ਭਾਈ ਅਰਜਨ ਸਿੰਘ ਹੁਣਾਂ ਨੂੰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਜਿਹੜਾ ਤੇਰਾ ਦੋਹਤਾ ਹੋਊਗਾ ਨਾ, ਜਦ ਸਮਾਂ ਆਊਗਾ ਉਹ ਗੁਰਬਾਣੀ ਦਾ ਕੀਰਤਨ ਕਰੇਗਾ। ਅਤੇ ਇਹ ਜਿਹੜਾ ਵਚਨ ਸੀ ਪਹਿਲਾਂ ਬਾਬਾ ਨੰਦ ਸਿੰਘ ਹੁਣਾਂ ਨੇ ਕੀਤਾ ਸੀਗਾ, ਪਰ ਹੁਣ ਦੇਖੋ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸ ਬੱਚੇ ਨੂੰ ਜਿਹੜੀ ਸੀਗੀ ਉਹ ਗੁਰਬਾਣੀ ਦੀ ਗੁੜਤੀ ਲਾਤੀ, ਲਗਨ ਲਾਤੀ ਸੀ। ਇਸੇ ਤਰ੍ਹਾਂ ਇੱਕ ਵਾਰ ਸੰਤ ਬਾਬਾ ਸੁਜਾਨ ਸਿੰਘ ਹੁਣੀ ਜਦੋਂ ਦਿੱਲੀ ਇੱਕ ਵਾਰ ਕੀਰਤਨ ਕਰਦੇ ਸੀਗੇ ਅਤੇ ਉਹਨਾਂ ਟਾਈਮਾਂ ਦੇ ਵਿੱਚ ਸੰਗਤਾਂ ਬੜੀਆਂ ਆਉਂਦੀਆਂ ਸੀ ਮਹਾਂਪੁਰਖਾਂ ਦਾ ਕੀਰਤਨ ਸੁਣਨ ਵਾਸਤੇ। ਸੋ ਉਹਨਾਂ ਟਾਈਮਾਂ ਦੇ ਵਿੱਚ ਮੁਰਾਦਾਬਾਦ ਦਾ ਇੱਕ ਸੈਸ਼ਨ ਜਿਹਾ ਅਤੇ ਜਿਹਦਾ ਨਾਂ ਸੀ ਸ਼ੁਕਲਾ, ਅਤੇ ਇਹਦੇ ਨਾਲ 3-4 ਸਾਧੂ ਬਾਬਾ ਸੁਜਾਨ ਸਿੰਘ ਹੁਣਾਂ ਦਾ ਕੀਰਤਨ ਸਰਵਣ ਕਰਨ ਵਾਸਤੇ ਜਦ ਦਿੱਲੀ ਪਹੁੰਚੇ ਅਤੇ ਇਹਨਾਂ ਨੇ ਦੀਵਾਨ ਦੇ ਵਿੱਚ ਕੀਰਤਨ ਸਰਵਣ ਕੀਤਾ। ਕੀਰਤਨ ਸਰਵਣ ਕਰਨ ਤੋਂ ਬਾਅਦ ਮੁੜ ਕੇ ਫਿਰ ਇਹਨਾਂ ਨੇ ਮਹਾਂਪੁਰਖਾਂ ਦੇ ਪਾਸ ਟਾਈਮ ਲਿਆ। ਜਦ ਕੁਛ ਵਚਨ ਬਲਾਸ ਕਰਨ ਦਾ ਇਹਨਾਂ ਨੂੰ ਟਾਈਮ ਮਿਲਿਆ, ਇਹਨਾਂ ਨੇ ਬਾਬਾ ਸੁਜਾਨ ਸਿੰਘ ਹੁਣਾਂ ਦੇ ਪਾਸ ਜਾ ਕੇ ਬੇਨਤੀ ਕੀਤੀ, ਜੇ ਫਰਵਰੀ ਦੀ 2 ਤਰੀਕ ਨੂੰ 9 ਗ੍ਰਹਿ ਇਕੱਠੇ ਹੋ ਰਹੇ ਆ, ਪਰ ਅਸੀਂ ਸੁਣਿਆ ਕਿ ਜਦੋਂ ਕੌਰਵਾਂ ਦੇ ਪਾਂਡਵਾਂ ਦਾ ਜੰਗ ਹੋਇਆ ਸੀਗਾ ਉਸ ਟਾਈਮ 8 ਗ੍ਰਹਿ ਇਕੱਠੇ ਹੋਏ ਸੀ ਅਤੇ 18 ਕੁਣੀਆਂ ਜਿਹੜੀ ਫੌਜ ਸੀ ਖਤਮ ਹੋ ਗਈ ਸੀਗੀ, ਪਰ ਹੁਣ 9 ਗ੍ਰਹਿ ਇਕੱਠੇ ਹੋਏ ਆ ਅਤੇ ਇਸ ਕਰਕੇ ਇਸ ਸਮੇਂ ਸੰਸਾਰ ਦੇ ਵਿੱਚ ਕੀ ਹੋਊਗਾ, ਸਾਨੂੰ ਇਸ ਚੀਜ਼ ਦਾ ਬੜਾ ਫਿਕਰ ਹੈਗਾ। ਜਦ ਇਸ ਤਰ੍ਹਾਂ ਦੇ ਕੁਛ ਪ੍ਰਸ਼ਨ ਇਹਨਾਂ ਨੇ ਸੰਤ ਸੁਜਾਨ ਸਿੰਘ ਹੁਣਾਂ ਨੇ ਕੀਤੇ ਸੀ ਅਤੇ ਮਹਾਂਪੁਰਖ ਨੇ ਆਖਿਆ ਸੀ, ਕਹਿੰਦੇ ਦੇਖੋ ਭਾਈ ਤੁਹਾਡੀ ਗੱਲ ਠੀਕ ਹੈਗੀ ਆ ਕਿ ਜਦੋਂ ਕੌਰਵਾਂ ਪਾਂਡਵਾਂ ਦਾ ਯੁੱਧ ਹੋਇਆ ਸੀਗਾ ਉਸ ਟਾਈਮ 8 ਗ੍ਰਹਿ ਇਕੱਠੇ ਹੋਏ ਸੀ, 18 ਕੁਣੀਆਂ ਫੌਜ ਖਤਮ ਹੋ ਗਈ ਸੀ, ਪਰ ਤੁਸੀਂ ਸਾਨੂੰ ਇਹ ਦੱਸੋ ਵੀ ਉਸ ਟਾਈਮ ਪਾਂਡਵਾਂ ਦੇ ਨਾਲ ਉਸ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਵੀ ਤਾਂ ਨਾਲ ਹੀ ਸੀ। ਅਗਰ ਭਗਵਾਨ ਕ੍ਰਿਸ਼ਨ ਜਿਹੜੇ ਸੀਗੇ ਉਹ ਕੁਛ ਨਹੀਂ ਕਰ ਸਕੇ ਤਾਂ ਅਸੀਂ ਕੀ ਕਰ ਸਕਦੇ ਹਾਂ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਇਹ ਜਿਹੜੇ ਸੱਜਣ ਸੀ ਚੁੱਪ ਕਰ ਗਏ ਅਤੇ ਨਾਲ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਸਾਡਾ ਜੱਗ ਕਰਨ ਦਾ ਵਿਚਾਰ ਹੈਗਾ, ਇਸ ਕਰਕੇ ਤੁਸੀਂ ਸਾਡੇ ਨਾਲ ਮਿਲ ਕੇ ਜੱਗ ਕਰੋ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਇਹ ਦੱਸਿਆ ਸੀਗਾ ਵੀ ਕ੍ਰਿਸ਼ਨ ਭਗਵਾਨ ਵੀ ਸਮਰੱਥ ਸੀ, 16 ਕਲਾਂ ਸੰਪੂਰਨ ਸੀ, ਉਹ ਵੀ ਤਾਂ ਇਹ ਘਟਨਾ ਨੂੰ ਟਾਲ ਸਕਦੇ ਸੀ, ਪਰ ਉਹਨਾਂ ਕੋਲ ਟਲੀ ਨਹੀਂ। ਪਰ ਹੁਣ ਕਲਯੁੱਗ ਦਾ ਸਮਾਂ ਹੈ, ਕਲਯੁੱਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਾਜ ਹੈਗਾ। ਇਸ ਟਾਈਮ ਅਸੀਂ ਚਾਹੇ ਕੁਛ ਨਹੀਂ ਕਰ ਸਕਦੇ, ਪਰ ਇੱਕ ਅਧਿਕਾਰ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਰੂਰ ਦਿੱਤਾ ਹੈਗਾ, ਅਤੇ ਉਹ
ਅਧਿਕਾਰ ਦਿੱਤਾ ਹੈਗਾ ਅਰਦਾਸ ਦੇ ਰੂਪ ਦੇ ਵਿੱਚ। ਅਗਰ ਇਸ ਤਰ੍ਹਾਂ ਦਾ ਕੋਈ ਮਾੜਾ ਸਮਾਂ ਸਾਡੀ ਨਜ਼ਰ ਦੇ ਵਿੱਚ ਆਉਂਦਾ ਹੈ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰੀਏ ਅਤੇ ਇਸ ਅਰਦਾਸ ਬੇਨਤੀ ਦੇ ਨਾਲ ਹੀ ਸਰਬੱਤ ਦਾ ਭਲਾ ਜਿਹੜਾ ਹੋ ਸਕਦਾ ਹੈਗਾ। ਫਿਰ ਸੰਤ ਸੁਜਾਨਸੂ ਉਹਨਾਂ ਨੇ ਆਖਿਆ ਸੀਗਾ ਕਿ ਵੈਸੇ ਤਾਂ ਸਾਰੀ ਸੰਗਤ ਜਿਹੜੀ ਆ ਰੋਜ਼ ਸਵੇਰ ਸ਼ਾਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੀ ਆ। ਇਸ ਕਰਕੇ ਇਹ ਜਿਹੜਾ ਭਲਾ ਹੈਗਾ ਇਹ ਆਉਣ ਵਾਲੇ ਖਤਰੇ ਨੂੰ ਟਾਲਣ ਦਾ ਹੀ ਸੰਕੇਤ ਹੁੰਦਾ ਹੈ। ਜਦ ਸੰਤ ਸੁਜਾਨਸੂ ਹੋਣਾ ਨੇ ਇਹ ਜਿਹੜੇ ਬਚਨ ਸੀਗੇ ਇਹਨਾਂ ਦੇ ਨਾਲ ਕੀਤੇ ਸੀ, ਉਸ ਤੋਂ ਬਾਅਦ ਇਹ ਸਾਰੇ ਜਿਹੜੇ ਸੱਜਣ ਸੀਗੇ ਹਨ ਇਹ ਨਿਰ ਉੱਤਰ ਹੋ ਗਏ ਸੀਗੇ। ਇਸੇ ਤਰ੍ਹਾਂ ਜਦੋਂ ਦਿੱਲੀ ਬਿਰਲੇ ਮੰਦਰ ਦੇ ਪਿਛਲੇ ਪਾਸੇ ਪਹਾੜੀ ਦੇ ਉੱਤੇ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਬਿਰਾਜਮਾਨ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਇੱਕ ਪ੍ਰੇਮੀ ਜਿਹਦਾ ਨਾਂ ਸੀਗਾ ਹੰਸਰਾਜ, ਇਹਨੇ ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਚਰਨ ਪਾਓ। ਅਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਪੁੱਛਿਆ ਵੀ ਤੇਰਾ ਘਰ ਕਿੱਥੇ ਆ? ਅਤੇ ਫਿਰ ਹੰਸਰਾਜ ਨੇ ਕਿਹਾ ਸੀਗਾ ਜੀ ਮੇਰਾ ਘਰ ਜਿਹੜਾ ਇਹ ਇੰਦਰਪੁਰੀ ਦੇ ਵਿੱਚ ਵਾ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਲੈ ਤੂੰ ਸਾਨੂੰ ਮੁੜ ਕੇ ਫਿਰ ਇੰਦਰਪੁਰੀ ਲੈ ਕੇ ਜਾਣਾ ਹੈਗਾ। ਪਰ ਉਸ ਤੋਂ ਬਾਅਦ ਹੰਸਰਾਜ ਨੇ ਘਰ ਜਾ ਕੇ ਜਿਹੜੀ ਸੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਇਹਦਾ ਇੱਕ ਭੂਆ ਦਾ ਪੁੱਤਰ ਜਿਹਦਾ ਨਾਮ ਸੀ ਜੈ ਰਾਮ ਸਿੰਘ, ਇਹ ਜਿਹੜੇ ਸੀਗੇ ਇਹ ਜਗਾਦਰੀ ਦੇ ਰਹਿਣ ਵਾਲੇ ਸੀ। ਅਤੇ ਹੰਸਰਾਜ ਨੇ ਕੀ ਕੀਤਾ, ਜੈ ਰਾਮ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਕਿ ਕੱਲ੍ਹ ਨੂੰ ਮਹਾਂਪੁਰਖਾਂ ਨੇ ਸਾਡੇ ਘਰ ਆਉਣਾ ਹੈਗਾ, ਇਸ ਕਰਕੇ ਘਰ ਦੀ ਸਾਰੀ ਤਿਆਰੀ ਕਰਨੀ ਆ ਅਤੇ ਤੂੰ ਇਸ ਤਿਆਰੀ ਵਿੱਚ ਸਾਡਾ ਜਿਹੜਾ ਹੱਥ ਵਟਾ। ਜਦ ਇੰਨੀ ਗੱਲ ਹੋਈ ਸੀ ਫਿਰ ਜੈ ਰਾਮ ਸਿੰਘ ਨੇ ਕਿਹਾ ਸੀਗਾ ਜੀ 7 ਵਜੇ ਮੈਂ ਜ਼ਰੂਰ ਪਹੁੰਚ ਜਾਊਂਗਾ। ਉਸ ਤੋਂ ਬਾਅਦ ਫਿਰ ਜੈ ਰਾਮ ਸਿੰਘ ਜਿਹੜਾ ਸੀਗਾ ਇਹ ਇੰਦਰਪੁਰੀ ਉਹਦੇ ਘਰ ਪਹੁੰਚ ਗਿਆ। ਜਦ ਹੰਸਰਾਜ ਦੇ ਘਰ ਪਹੁੰਚਿਆ ਹੈਗਾ ਅਤੇ ਉੱਥੇ ਜਾ ਕੇ ਫਿਰ ਇਹਨਾਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਨਾਲ ਇੱਕ ਖਾਲੀ ਪਲਾਟ ਸੀ ਉਹਦੇ ਵਿੱਚ ਤੰਬੂ ਕਨਾਤਾਂ ਲਾ ਲਏ। ਅਤੇ ਉਸ ਤੋਂ ਬਾਅਦ ਆਲੇ ਦੁਆਲੇ ਜਿੰਨੇ ਜਿਹੜੇ ਮੁਹੱਲੇ ਦੇ ਸੀਗੇ ਲੋਕੀ ਸੰਗਤ ਉਹ ਬੁਲਾ ਲਈ, ਨਾਲ ਦੋਸਤ ਮਿੱਤਰ ਕੋਈ ਸੱਜਣ ਰਿਸ਼ਤੇਦਾਰ ਵੀ ਜਿਹੜੇ ਬੁਲਾਏ ਗਏ। ਅਤੇ ਇਹਦੇ ਨਾਲ ਫਿਰ ਚਾਹ ਪਾਣੀ ਮਠਿਆਈ ਅਤੇ ਫਲ ਫਰੂਟ ਇਸ ਤਰ੍ਹਾਂ ਦਾ ਜਿਹੜਾ ਸੀਗਾ ਸਮਾਨ ਜਿਹੜਾ ਜਦੋਂ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਜਦ ਉਡੀਕ ਕਰਨੀ ਸ਼ੁਰੂ ਕੀਤੀ ਸਵੇਰ ਤੋਂ ਸ਼ਾਮ ਤੱਕ ਉਡੀਕ ਕਰਦੇ ਰਹੇ, ਪਰ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀ ਇਹਨਾਂ ਦੇ ਘਰ ਨਹੀਂ ਪਹੁੰਚੇ। ਜਦ ਘਰ ਨਹੀਂ ਆਏ ਅਤੇ ਇਹ ਜਿਹੜਾ ਹੰਸਰਾਜ ਸੀਗਾ ਬੜਾ ਉਦਾਸ ਹੋਇਆ, ਮਨ ਦੇ ਵਿੱਚ ਜਿਹੜਾ ਸੀਗਾ ਉਹ ਫਿਕਰ ਕਰਨ ਲੱਗ ਪਿਆ ਵੀ ਮਹਾਂਪੁਰਖ ਆਏ ਨਹੀਂ, ਮੈਂ ਐਡੀ ਤਿਆਰੀ ਕੀਤੀ, ਇੰਨਾ ਖਰਚਾ ਕੀਤਾ, ਇੰਨਾ ਟਾਈਮ ਵੀ ਭੰਨਿਆ, ਪਰ ਮਹਾਂਪੁਰਖ ਪਤਾ ਨਹੀਂ ਸਾਡੇ ਘਰ ਕਿਉਂ ਨਹੀਂ ਆਏ। ਇਹ ਸੋਚ ਕੇ ਇਹਨੇ ਕੀ ਕੀਤਾ, ਜਿੰਨੀ ਵੀ ਜਿਹੜੀ ਸੰਗਤ ਆਈ ਸੀ ਉਹਨਾਂ ਨੂੰ ਸਾਰੀ ਜਿਹੜੀ ਮਠਿਆਈ ਸੀਗੀ ਚਾਹ ਪਾਣੀ ਸਾਰਾ ਵਰਤਾ ਦਿੱਤਾ। ਰਿਸ਼ਤੇਦਾਰ ਵੀ ਜਿਹੜੇ ਸੀਗੇ ਉਹ ਘਰ ਭੇਜ ਦਿੱਤੇ। ਉਸ ਤੋਂ ਬਾਅਦ ਰਾਤ ਨੂੰ ਜਦ ਰਾਮ ਸਿੰਘ ਹੁਣਾਂ ਨੇ ਇਹਨਾਂ ਤੋਂ ਜਾਣ ਦੀ ਇਜਾਜ਼ਤ ਮੰਗੀ ਤਾਂ ਫਿਰ ਭਾਈ ਹੰਸਰਾਜ ਹੁਣੀ ਰਾਮ ਸਿੰਘ ਨੂੰ ਕਹਿਣ ਲੱਗੇ ਕਿ ਤੇਰੀ ਮਰਜ਼ੀ ਹੈਗੀ ਆ। ਪਰ ਰਾਮ ਸਿੰਘ ਜਿਹੜੇ ਸੀਗੇ ਇਸ ਤੋਂ ਇਜਾਜ਼ਤ ਲੈ ਕੇ ਮਹਾਂਪੁਰਖਾਂ ਦੇ ਪਾਸ ਅਸਥਾਨ ਦੇ ਉੱਤੇ ਪਹੁੰਚੇ। ਜਦ ਦਿਨ ਚੜ੍ਹਿਆ ਅਤੇ ਫਿਰ ਭਾਈ ਜੈ ਰਾਮ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਕੱਲ੍ਹ ਹੰਸਰਾਜ ਜੀ ਹੁਣਾਂ ਨੇ ਆਪ ਨੂੰ ਬੁਲਾਉਣ ਵਾਸਤੇ ਬੜਾ ਘਰ ਦੇ ਵਿੱਚ ਭਾਰੀ ਪ੍ਰੋਗਰਾਮ ਰੱਖਿਆ ਸੀਗਾ, ਪਰ ਆਪ ਪਹੁੰਚੇ ਨਹੀਂ। ਇਸ ਕਰਕੇ ਜਿਹੜੇ ਭਾਈ ਹੰਸਰਾਜ ਜੀ ਉਹ ਮਨ ਦੇ ਵਿੱਚ ਬੜੇ ਉਦਾਸ ਹੈਗੇ ਆ। ਜਦ ਇਹ ਗੱਲ ਹੋਈ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਿਹਾ ਵੀ ਚਲੋ ਕੱਲ੍ਹ ਦਾ ਟਾਈਮ ਲੰਘ ਗਿਆ ਹੈਗਾ, ਅੱਜ ਅਸੀਂ ਜ਼ਰੂਰ ਪਹੁੰਚਾਂਗੇ। ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਸੀਗਾ ਭਾਈ ਜੈ ਰਾਮ ਸਿੰਘ ਜਿਹੜੇ ਸੀਗੇ ਜਦੋਂ ਹੰਸਰਾਜ ਦੇ ਪਾਸ ਗਏ ਉਹਨਾਂ ਨੇ ਜਾ ਕੇ ਮਹਾਂਪੁਰਖਾਂ ਦਾ ਸੁਨੇਹਾ ਦੇ ਦਿੱਤਾ। ਅਤੇ ਫਿਰ ਇਹਨਾਂ ਨੇ ਦੁਬਾਰਾ ਜਿਹੜੀ ਸੀ ਅਗਲੇ ਦਿਨ ਤਿਆਰੀ ਸ਼ੁਰੂ ਕਰ ਦਿੱਤੀ। ਜਦ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਭਾਈ ਹੰਸਰਾਜ ਜੀ ਦੇ ਮਨ ਦੇ ਵਿੱਚ ਆਇਆ ਕਿ ਰਸਤੇ ਦੇ ਵਿੱਚ ਇੱਕ ਨਾਲਾ ਹੈਗਾ ਤਾਂ ਮਹਾਂਪੁਰਖਾਂ ਨੇ ਕਾਰ 'ਤੇ ਆਉਣਾ, ਤਾਂ ਨਾਲਾ ਜਿਹੜਾ ਹੈਗਾ ਉਹ ਖੱਡਾ ਪਾਣੀ ਦੇ ਨਾਲ ਭਰਿਆ ਪਿਆ ਹੈ, ਕਿਉਂ ਨਾ ਪਹਿਲਾਂ ਉਹ ਖੱਡਾ ਜਿਹੜਾ ਹੈਗਾ ਉਸ ਨੂੰ ਪੂਰ ਦਿੱਤਾ ਜਾਵੇ ਤਾਂ ਜੋ ਮਹਾਂਪੁਰਖਾਂ ਦੀ ਕਾਰ ਉੱਪਰੋਂ ਆਸਾਨੀ ਨਾਲ ਲੰਘ ਸਕੇ। ਇਹ ਸੋਚ ਕੇ ਜਿਹੜੇ ਸੀ ਭਾਈ ਹੰਸਰਾਜ ਇਹ ਭਾਈ ਜੈ ਸਿੰਘ ਨੂੰ ਨਾਲ ਲੈ ਕੇ ਜਦ ਖੱਡੇ 'ਤੇ ਪਹੁੰਚੇ ਆ, ਇਹਨਾਂ ਨੇ ਕੀ ਕੀਤਾ ਉੱਥੇ 2-3 ਪੱਥਰ ਪਏ ਸੀ, ਉਹ ਚੱਕ ਕੇ ਜਿਹੜੇ ਸੀ ਖੱਡੇ 'ਚ ਰੱਖੇ। ਜਦ ਖੱਡੇ 'ਚ ਰੱਖੇ ਤਾਂ ਜਦ ਇੱਕ ਪੱਥਰ ਪੱਟ ਕੇ ਦੂਸਰੇ ਪਾਸੇ ਰੱਖਣ ਲੱਗੇ ਤਾਂ ਕੀ ਦੇਖਿਆ, ਉਸ ਪੱਥਰ ਦੇ ਥੱਲਿਓਂ ਉਹਨਾਂ ਟਾਈਮਾਂ ਦੇ ਵਿੱਚ ਚਾਂਦੀ ਦੀਆਂ ਮੋਹਰਾਂ ਨਿਕਲੀਆਂ। ਜਦ ਨਿਕਲੀਆਂ ਤਾਂ ਭਾਈ ਹੰਸਰਾਜ ਜਿਹੜੇ ਸੀਗੇ ਬੜੇ ਹੈਰਾਨ ਹੋ ਗਏ, ਮਨ ਵਿੱਚ ਸੋਚਿਆ ਵੀ ਇੰਨਾ ਪੈਸਾ ਕਿੱਥੋਂ ਆ ਗਿਆ, ਪਰ ਮਨ ਦੇ ਵਿੱਚ ਖੁਸ਼ੀ ਵੀ ਹੋਈ। ਅਤੇ ਇਹਨਾਂ ਨੇ ਕੀ ਕੀਤਾ ਸਾਰੀਆਂ ਮੋਹਰਾਂ ਜਿਹੜੀਆਂ ਚੱਕ ਕੇ ਉਹ ਕੱਪੜੇ ਦੇ ਵਿੱਚ ਬੰਨ੍ਹ ਲਈਆਂ। ਉਸ ਤੋਂ ਬਾਅਦ ਉਹ ਖੱਡਾ ਸਾਫ਼ ਕਰਕੇ ਜਦ ਘਰ ਆ ਕੇ ਭਾਈ ਹੰਸਰਾਜ ਜੀ ਨੇ ਘਰ ਦੇ ਵਿੱਚ ਮੋਹਰਾਂ ਗਿਣੀਆਂ ਅਤੇ ਮੋਹਰਾਂ ਉਨੀਆਂ ਨਿਕਲੀਆਂ ਜਿੰਨਾ ਕੱਲ੍ਹ ਖਰਚਾ ਹੋਇਆ ਸੀਗਾ, ਨਾ ਰੁਪਈਆ ਘੱਟ ਨਾ ਵੱਧ। ਇਹ ਸੋਚ ਕੇ ਭਾਈ ਹੰਸਰਾਜ ਜਿਹੜੇ ਮਨ ਵਿੱਚ ਬੜੇ ਹੈਰਾਨ ਹੋਏ। ਅਤੇ ਪਰ ਉਸ ਤੋਂ ਬਾਅਦ ਜਦੋਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਇਹਨਾਂ ਦੇ ਘਰ ਪਹੁੰਚੇ ਆ, ਸਾਰੀਆਂ ਸੰਗਤਾਂ ਨੇ ਮਹਾਂਪੁਰਖਾਂ ਦਾ ਬੜਾ ਸਤਿਕਾਰ ਕੀਤਾ। ਜਦ ਮਹਾਂਪੁਰਖ ਇਹਨਾਂ ਦੇ ਪਾਸ ਆਏ ਆ ਤਾਂ ਭਾਈ ਹੰਸਰਾਜ ਜੀ ਨੇ ਜਦ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਭਾਈ ਹੰਸਰਾਜ ਜੀ ਨੂੰ ਮੁਸਕਰਾਉਂਦੇ ਆਖਿਆ
ਕਹਿੰਦੇ ਵੀ ਕਿਤੇ ਪੈਸੇ ਘੱਟ ਤਾਂ ਨਹੀਂ ਗਏ, ਪੂਰੀ ਤਰ੍ਹਾਂ ਗਿਣ ਲੈਣੇ ਸੀ ਉਨੀਆਂ ਮੋਹਰਾਂ ਜਿੰਨਾ ਤੇਰਾ ਕੱਲ੍ਹ ਖਰਚ ਆਇਆ ਸੀਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਹੰਸਰਾਜ ਜਿਹੜੇ ਸੀਗੇ ਬੜੇ ਹੈਰਾਨ ਹੋਏ, ਮਹਾਂਪੁਰਖਾਂ ਦੇ ਚਰਨਾਂ 'ਚ ਲੱਗ ਕੇ ਤੇ ਕਹਿਣ ਲੱਗੇ, ਮਹਾਂਪੁਰਖੋ ਜਿੰਨੀਆਂ ਤੁਸੀਂ ਬਖਸ਼ੀਆਂ ਉਨੀਆਂ ਹੀ ਹੈ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਕੀ ਕੀਤਾ ਸੀਗਾ ਕਿ ਇੱਥੇ ਫਿਰ ਜਲ ਪਾਣੀ ਸੰਗਤਾਂ ਦੇ ਨਾਲ ਛਕਿਆ। ਜਦ ਜਲ ਪਾਣੀ ਛਕਿਆ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਨਾਮ ਜਪਣ ਦਾ ਜਿਹੜਾ ਸੀਗਾ ਇਹ ਉਪਦੇਸ਼ ਦਿੱਤਾ ਸੀ। ਜਦ ਨਾਮ ਜਪਣ ਦਾ ਉਪਦੇਸ਼ ਦਿੱਤਾ ਉਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਵਾਪਸ ਆਪਣੇ ਟਿਕਾਣੇ 'ਤੇ ਵੱਲ ਨੂੰ ਚਲੇ ਗਏ। ਜਦ ਚਲੇ ਗਏ ਫਿਰ ਭਾਈ ਜੈ ਰਾਮ ਸਿੰਘ ਦੇ ਮਨ ਦੇ ਵਿੱਚ ਆਈ ਕਿ ਮੈਂ ਮਹਾਂਪੁਰਖਾਂ ਦੇ ਪਾਸ ਫਿਰ ਜਾਂਦਾ ਹੈਗਾ। ਜਦ ਇਹ ਗਏ ਅਤੇ ਰਾਤ ਨੂੰ ਜਿਹੜਾ ਕੀਰਤਨ ਦਾ ਦਰਬਾਰ ਜਿੱਥੇ ਹੁੰਦਾ ਸੀਗਾ ਉੱਥੇ ਭਾਈ ਜੈ ਰਾਮ ਸਿੰਘ ਨੇ ਜਿਹੜੀ ਸੀਗੀ ਉੱਥੇ ਆਰਾਮ ਕੀਤਾ। ਜਦ ਕੀਰਤਨ ਵਾਲੇ ਸਥਾਨ 'ਤੇ ਆਰਾਮ ਕੀਤਾ, ਆਰਾਮ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਹੋਇਆ ਅਤੇ ਉੱਠ ਕੇ ਫਿਰ ਇਹਨਾਂ ਨੇ ਇਸ਼ਨਾਨ ਪਾਣੀ ਕੀਤਾ। ਦੁਬਾਰਾ ਜਦ ਕੀਰਤਨ ਕਰਨ ਲੱਗੇ ਤਾਂ ਉਸ ਅਸਥਾਨ 'ਤੇ ਬੈਠੇ ਤਾਂ ਭਾਈ ਕੇਰ ਸਿੰਘ ਹੁਣਾਂ ਨੂੰ ਜਦ ਤੱਕਿਆ ਵੀ ਭਾਈ ਕੇਰ ਸਿੰਘ ਜਿਹੜੇ ਆ ਉਹ ਇਸ ਪੰਡਾਲ ਦੇ ਵਿੱਚ ਕੀਰਤਨ ਕਰਨ ਆਏ ਆ। ਜਦੋਂ ਭਾਈ ਕੇਰ ਸਿੰਘ ਹੁਣਾਂ ਨੇ ਕੀਰਤਨ ਆਰੰਭ ਕੀਤਾ ਤਾਂ ਭਾਈ ਜੈ ਰਾਮ ਸਿੰਘ ਦੇ ਮਨ ਦੇ ਵਿੱਚ ਆਇਆ ਵੀ ਇਕੱਲੇ ਰਾਗੀ ਸਿੰਘ ਆ ਜਾਂ ਮੈਂ ਹੈਗਾ, ਉਹ ਤਾਂ ਸਾਰੀ ਜਿਹੜੀ ਆ ਦੁਨੀਆ ਸੁੱਤੀ ਪਈ ਆ ਅਤੇ ਇਹ ਵੀ ਕੀਰਤਨ ਜਿਹੜਾ ਹੈਗਾ ਉਹ ਬੱਝਾ ਰੁੱਝਾ ਕਰਨਗੇ। ਇਹ ਸੋਚ ਕੇ ਫਿਰ ਭਾਈ ਜੈ ਰਾਮ ਸਿੰਘ ਜੀ ਦੇ ਮਨ ਦੇ ਵਿੱਚ ਆਇਆ ਵੀ ਸੰਤ ਈਸ਼ਰ ਸਿੰਘ ਜੀ ਵੀ ਇਸ ਟਾਈਮ ਲੱਗਦਾ ਵੀ ਆਰਾਮ ਕਰ ਰਹੇ ਹੋਣਗੇ। ਜਦ ਇਹ ਜਿਹੜਾ ਸੀਗੀ ਸੋਚ ਅੰਦਰ ਭਾਈ ਜੈ ਰਾਮ ਸਿੰਘ ਦੇ ਆਈ ਸੀ, ਉਸ ਟਾਈਮ ਬਾਬਾ ਈਸ਼ਰ ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਮਰੇ 'ਚ ਸੀਗੇ, ਇੱਕ ਪਾਸੇ ਜਿਹੜਾ ਸੀਗਾ ਪਰਦਾ ਚੱਕ ਕੇ ਅਤੇ ਇੱਕ ਬੈਂਟਰੀ ਮਾਰੀ ਅਤੇ ਭਾਈ ਕੇਰ ਸਿੰਘ ਹੁਣਾਂ ਨੂੰ ਬਾਬਾ ਈਸ਼ਰ ਸਿੰਘ ਨੇ ਉੱਚੀ ਦੇਣੀ ਆਖਿਆ, ਕਹਿੰਦੇ ਭਾਈ ਸੁੱਤੇ ਆ ਕਿ ਜਾਗਦੇ ਆ। ਭਾਈ ਕੇਰ ਸਿੰਘ ਹੁਣਾਂ ਨੂੰ ਨਾਲ ਹੀ ਆਖਿਆ, ਕਹਿੰਦੇ ਭਾਈ ਤਕੜੇ ਹੋ ਕੇ ਕੀਰਤਨ ਕਰੋ। ਉਸ ਤੋਂ ਭਾਈ ਬਾਅਦ ਫਿਰ ਇੱਕ ਬੈਟਰੀ ਜਦੋਂ ਜੈ ਰਾਮ ਸਿੰਘ ਦੇ ਚਿਹਰੇ 'ਤੇ ਮਾਰੀ ਆ ਅਤੇ ਫਿਰ ਭਾਈ ਜੈ ਰਾਮ ਸਿੰਘ ਕਹਿੰਦੇ ਸੀਗੇ ਕਿ ਮੇਰੇ ਜਿਹੜੇ ਸਾਰੇ ਸ਼ੰਕੇ ਸੀਗੇ ਮਹਾਂਪੁਰਖਾਂ ਦੇ ਪ੍ਰਤੀ ਉਹ ਉਸੇ ਟਾਈਮ ਸਾਫ਼ ਹੋ ਗਏ ਅਤੇ ਮੈਨੂੰ ਪਤਾ ਲੱਗਾ ਕਿ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਸਰਬ ਵਿਆਪਕ ਆ। ਮੈਂ ਤਾਂ ਸੋਚਿਆ ਸੀ ਸਾਰੀ ਦੁਨੀਆ ਸੁੱਤੀ ਪਈ ਹੈ ਅਤੇ ਮਹਾਂਪੁਰਖ ਵੀ ਸੁੱਤੇ ਹੋਣਗੇ, ਪਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਇੱਕ ਵਾਰ ਇਸੇ ਤਰ੍ਹਾਂ ਨਾ ਭਾਈ ਸੁਰਜਨ ਸਿੰਘ ਹੁਣਾਂ ਨੇ ਵੀ ਜਦ ਕੀਰਤਨ ਕੀਤਾ ਸੀਗਾ ਅਤੇ ਕੀਰਤਨ ਦੇ ਨਾਲ ਇਹਨਾਂ ਨੇ ਸੰਗਤ 'ਚ ਵਿਆਖਿਆ ਕੀਤੀ ਕਿ ਬਾਬਾ ਨਾਮਦੇਵ ਜੀ ਨੂੰ 72 ਵਾਲੇ ਦਰਸ਼ਨ ਹੋਏ ਆ। ਜਦ ਇੰਨੀ ਗੱਲ ਹੋਈ ਸੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਭਾਈ ਸੁਰਜਨ ਸਿੰਘ ਦੇ ਨਾਲ ਜਿਹੜੀ ਸੀ ਵਿਚਾਰ ਹੋਈ ਸੀ, ਉਹਦੇ ਵਿੱਚ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਵੀ ਦੇਖੋ ਜਿਵੇਂ ਕਿਸੇ ਨੂੰ ਜਿੰਨਾ ਵੀ ਕੋਈ ਗਿਆਨ ਆ ਉਸੇ ਹਿਸਾਬ ਦੇ ਨਾਲ ਉਹ ਸੰਗਤ ਦੇ ਵਿੱਚ ਗੱਲ ਕਰਦਾ ਹੈਗਾ। ਅਗਰ ਕੋਈ ਸ਼ਰਾਬ ਪੀਂਦਾ ਹੈਗਾ ਤਾਂ ਉਸ ਸੰਗਤ ਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਸ਼ਰਾਬ ਨਾ ਪੀਓ। ਅਗਰ ਕੋਈ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਅੰਮ੍ਰਿਤ ਵੇਲੇ ਜ਼ਰੂਰ ਉੱਠੋ। ਇਹ ਤਦ ਕਿ ਜਿੰਨੀ ਵੀ ਕਿਸੇ ਨੂੰ ਜਾਣਕਾਰੀ ਆ ਉਨੀ ਹੀ ਜਾਣਕਾਰੀ ਆਪਣੇ ਹਿਸਾਬ ਦੇ ਨਾਲ ਦਿੰਦਾ ਹੈਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਤੁਸੀਂ ਕਿਹਾ ਕਿ ਨਾਮਦੇਵ ਨੂੰ 72 ਵਾਰੀ ਦਰਸ਼ਨ ਹੋਏ ਆ, ਕੀ ਇਹ ਗੱਲ ਸਹੀ ਹੈ? ਅਤੇ ਫਿਰ ਭਾਈ ਸੁਰਜਨ ਸਿੰਘ ਹੁਣਾਂ ਨੇ ਮਹਾਂਪੁਰਖ ਨੂੰ ਆਖਿਆ ਸੀਗਾ ਕਿ ਮਹਾਂਪੁਰਖੋ ਮੈਂ ਪੜ੍ਹਿਆ ਤਾਂ ਇਸੇ ਤਰ੍ਹਾਂ ਹੀ ਹੈ। ਅਤੇ ਬਾਬਾ ਜੀ ਕਹਿਣ ਲੱਗੇ ਵੀ ਠੀਕ ਆ, ਪੜ੍ਹਨ ਦੇ ਵਿੱਚ ਗੱਲ ਹੋਰ ਹੈਗੀ ਆ ਲੇਕਿਨ ਬੂਝਣ ਅਤੇ ਸਮਝਣ ਦੇ ਵਿੱਚ ਗੱਲ ਹੋਰ ਹੁੰਦੀ ਆ। ਅਸਲ ਦੇ ਵਿੱਚ ਪਰਮਾਤਮਾ ਜਿਹੜਾ ਹੈਗਾ ਬਾਬਾ ਨਾਮਦੇਵ ਜੀ ਦੇ ਹਿਰਦੇ ਵਿੱਚ ਵਸਿਆ ਸੀ ਅਤੇ ਜਿਹਦੇ ਹਿਰਦੇ 'ਚ ਵਸਿਆ ਹੈਗਾ ਉਹ ਤੋਂ ਇੱਕ ਸੈਕਿੰਡ ਵੀ ਦੂਰ ਨਹੀਂ ਹੁੰਦਾ। ਉੱਥੇ ਤਾਂ ਸਦਾ ਹੀ ਨਾ ਤਾਂ ਸਦਾ ਵਿਕਾਸ ਸਦਾ ਹੀ ਖੇੜੇ ਹੁੰਦੇ ਆ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਦਿੱਤਾ ਸੀ ਫਿਰ ਭਾਈ ਸੁਰਜਨ ਸਿੰਘ ਜਿਹੜੇ ਸੀਗੇ ਇਹ ਉਪਦੇਸ਼ ਸੁਣ ਕੇ ਮਹਾਂਪੁਰਖਾਂ ਦਾ ਬੜੇ ਪ੍ਰਸੰਨ ਹੋ ਗਏ ਸੀ। ਪਰ ਅਗਲੇ ਦਿਨ ਜਦੋਂ ਭਾਈ ਸੁਰਜਨ ਸਿੰਘ ਨੇ ਦੁਬਾਰਾ ਫਿਰ ਕੀਰਤਨ ਕੀਤਾ ਤਾਂ ਪਰ ਫਿਰ ਦੂਸਰੇ ਦਿਨ ਵਿਆਖਿਆ ਨਹੀਂ ਕੀਤੀ। ਜਦ ਦੂਸਰੇ ਦਿਨ ਵਿਆਖਿਆ ਨਹੀਂ ਕੀਤੀ ਫਿਰ ਬਾਬਾ ਜੀ ਨੇ ਪੁੱਛਿਆ, ਕਹਿੰਦੇ ਵੀ ਅੱਜ ਕੀਰਤਨ ਅੰਮ੍ਰਿਤ ਵੇਲੇ ਕੀਤਾ ਤੁਸੀਂ ਵਿਆਖਿਆ ਕੋਈ ਨਹੀਂ ਕੀਤੀ। ਤਾਂ ਭਾਈ ਸੁਰਜਨ ਸਿੰਘ ਹੁਣਾਂ ਨੇ ਆਖਿਆ ਸੀਗਾ ਕਿ ਜਿਹੜੀ ਚੀਜ਼ ਮੈਂ ਆਪਣੇ ਆਪ ਨੂੰ ਸਮਝਦਾ ਅਸਲ ਦੇ ਵਿੱਚ ਉਹ ਮੈਂ ਨਹੀਂ ਹਾਂ। ਤਾਂ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਦੇਖੋ ਹਰੇਕ ਗੁਰਸਿੱਖ ਦੇ ਵਿੱਚ 2.5 ਘੰਟੇ ਦਾ ਜਿਹੜਾ ਨੇਮ ਹੈਗਾ ਜ਼ਰੂਰ ਹੋਣਾ ਚਾਹੀਦਾ। ਅਗਰ ਕੋਈ ਗੁਰਸਿੱਖ 2.5 ਘੰਟੇ ਦਾ ਨੇਮ ਪੂਰਾ ਨਹੀਂ ਕਰਦਾ ਅਤੇ ਉਹ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਰਜ਼ਾਈ ਬਣ ਜਾਂਦਾ ਹੈਗਾ। ਇਸ ਤਰ੍ਹਾਂ ਮਹਾਂਪੁਰਖਾਂ ਨੇ ਫਿਰ ਦੱਸਿਆ ਸੀਗਾ ਕਿ ਅਗਰ ਕੋਈ ਨੇਮ ਅਨੁਸਾਰ ਨਿਯਮ ਅਨੁਸਾਰ 1 ਘੰਟਾ ਕੀਰਤਨ ਕਰੇ ਤਾਂ ਵੀ ਉਹਦਾ 2.5 ਘੰਟੇ ਦਾ ਜਿਹੜਾ ਨੇਮ ਹੈਗਾ ਉਹ ਰੋਜ਼ ਦਾ ਪੂਰਾ ਹੋ ਜਾਂਦਾ। ਇਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਅਗਰ ਕੋਈ 6 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰੇ ਤਾਂ ਵੀ ਇਹ 2.5 ਘੰਟੇ ਦਾ ਨੇਮ ਪੂਰਾ ਹੋ ਜਾਂਦਾ ਹੈਗਾ, ਜਾਂ 80 ਮਾਲਾ ਵਾਹਿਗੁਰੂ ਮੰਤਰ ਦੀਆਂ ਕਰੇ। ਅਤੇ ਇਸ ਤਰ੍ਹਾਂ ਮਹਾਂਪੁਰਖਾਂ ਨੇ ਜਦੋਂ ਇਹ ਉਪਦੇਸ਼ ਭਾਈ ਸੁਰਜਨ ਸਿੰਘ ਉਹਨਾਂ ਨੂੰ ਦਿੱਤਾ ਸੀ ਅਤੇ ਫਿਰ ਭਾਈ ਸੁਰਜਨ ਸਿੰਘ ਜਿਹੜੇ ਸੀਗੇ ਇਹ ਉਪਦੇਸ਼ ਸੁਣ ਕੇ ਬੜੇ ਪ੍ਰਸੰਨ ਹੋਏ ਸੀ। ਸੋ ਇੱਕ ਵਾਰ ਦੀ ਗੱਲ ਹੈ, ਇੱਕ ਵਾਰੀ 3-4 ਸਾਧੂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਦ ਨਾਨਕਸਰ ਕਲੇਰੀ ਆਏ ਸੀ ਤਾਂ ਫਿਰ ਇਹਨਾਂ ਸਾਧੂਆਂ ਦੇ ਹੱਥਾਂ ਦੇ ਵਿੱਚ ਮਾਲਾ ਫੜੀਆਂ ਹੋਈਆਂ ਸੀ, ਗਲਾਂ ਦੇ ਵਿੱਚ ਵੀ ਦੋਹਰੀਆਂ ਤੇਹਰੀਆਂ ਮਾਲਾ ਪਾਈਆਂ ਹੋਈਆਂ ਸੀ। ਇਹ ਜਿਹੜੇ ਸਾਧੂ ਸੀਗੇ ਜਦ ਮਹਾਂਪੁਰਖਾਂ ਦੇ ਅਸਥਾਨ 'ਤੇ ਕੋਲ ਜਾ ਕੇ ਜਦ ਬੈਠੇ ਆ ਅਤੇ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਮਾਲਾ ਫੇਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਸਾਧੂ ਨੂੰ ਪੁੱਛਿਆ ਕਿ ਇਹ ਮਹਾਤਮਾ ਤੁਸੀਂ ਕੀ ਕਰਦੇ ਆ? ਅਤੇ ਇਹਨਾਂ ਨੇ ਕਿਹਾ ਜੀ ਅਸੀਂ ਨਾਮ ਜਪਦੇ ਹਾਂ। ਅਤੇ ਫਿਰ ਬਾਬਾ ਜੀ ਨੇ ਪੁੱਛਿਆ ਸੀ, ਕਹਿੰਦੇ ਵੀ ਕਿਹਦਾ ਨਾਮ ਜਪਦੇ ਆ? ਇਹਨਾਂ ਨੇ ਆਖਿਆ ਸੀ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਜਪਦੇ ਹਾਂ। ਅਤੇ ਫਿਰ ਮਹਾਂਪੁਰਖਾਂ ਨੇ ਆਖਿਆ ਕਿ ਅਗਰ ਗੁਰੂ ਨਾਨਕ ਸਾਹਿਬ ਤੁਹਾਡੇ ਸਾਹਮਣੇ ਪ੍ਰਤੱਖ ਆ ਜਾਣ
ਫਿਰ ਵੀ ਤੁਸੀਂ ਇਸੇ ਤਰ੍ਹਾਂ ਮਾੜਾ ਜਪੋਗੇ। ਜਦ ਇੰਨੀ ਗੱਲ ਹੋਈ ਤਾਂ ਇੱਕ ਸਾਧੂ ਬੋਲਿਆ ਜੀ ਗੁਰੂ ਸਾਹਿਬ ਜੀ ਨੂੰ ਗਿਆ ਨੂੰ ਤਾਂ 3-4 ਸਦੀਆਂ ਹੋ ਗਈਆਂ ਹੈਗੀਆਂ, ਅਤੇ ਉਹ ਸਾਡੇ ਸਾਹਮਣੇ ਕਿਵੇਂ ਹੋਣਗੇ। ਅਤੇ ਬਾਬਾ ਜੀ ਫਿਰ ਆਖਣ ਲੱਗੇ, ਕਹਿੰਦੇ ਭਾਈ ਅਗਰ ਦਿਲ ਦੇ ਵਿੱਚ ਸ਼ਰਧਾ ਅਤੇ ਪ੍ਰੇਮ ਹੋਵੇ ਕਿਉਂ ਨਹੀਂ ਹੋ ਸਕਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਇੱਕ ਸਾਧੂ ਵਿੱਚੋਂ ਬੋਲਿਆ, ਕਹਿੰਦੇ ਮਹਾਂਪੁਰਖੋ ਐਸੀ ਕਿਸਮਤ ਸਾਡੀ ਕਿੱਥੇ ਆ। ਅਤੇ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਭਾਈ ਅਗਰ ਕੋਈ ਨੇਮ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਵਾਜ਼ਾਂ ਮਾਰੇ, ਯਾਦ ਕਰੇ, ਅੰਦਰ ਸੱਚੀ ਸ਼ਰਧਾ ਰੱਖੇ, ਅਤੇ ਉਹਦੇ ਦੀ ਸ਼ਰਧਾ ਅਤੇ ਭਾਵਨਾ ਨੂੰ ਜ਼ਰੂਰ ਫਲ ਲੱਗਦਾ ਹੈਗਾ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਅਤੇ ਇਹਨਾਂ 3-4 ਸਾਧੂਆਂ ਦੇ ਮਨ ਦੇ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਦਾ ਉਪਦੇਸ਼ ਘਰ ਘਰ ਗਿਆ। ਅਤੇ ਉਸੇ ਤਰ੍ਹਾਂ ਇਹਨਾਂ ਨੇ ਕੀ ਦੇਖਿਆ ਕਿ ਬਾਬਾ ਈਸ਼ਰ ਸਿੰਘ ਸਾਹਮਣੇ ਬੈਠੇ ਇਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਨਜ਼ਰ ਆਉਣ ਲੱਗ ਪਏ। ਜਦ ਇਹਨਾਂ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੂਪ ਨਜ਼ਰ ਆਉਣ ਲੱਗ ਪਏ, ਅਤੇ ਇਹਨਾਂ ਨੇ ਫਿਰ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਮੱਥਾ ਟੇਕਿਆ। ਅਤੇ ਫਿਰ ਨਾਲ ਹੀ ਬਾਬਾ ਜੀ ਨੂੰ ਪੁੱਛਿਆ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੀ ਸਮਰੱਥਾ ਦੇ ਸਾਧੂ ਆ। ਜਦ ਇਹ ਜਿਹੜੀ ਸੀ ਇਹ ਸਾਧੂਆਂ ਨੇ ਬਾਬਾ ਈਸ਼ਰ ਸਿੰਘ ਨੂੰ ਕਿਹਾ, ਤਾਂ ਫਿਰ ਬਾਬਾ ਈਸ਼ਰ ਸਿੰਘ ਉਹਨਾਂ ਨੇ ਆਖਿਆ ਸੀਗਾ ਕਿ ਅਸਲ ਦੇ ਵਿੱਚ ਅਸੀਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਔਰ ਸਿੰਘ ਹੈਗੇ ਆ। ਬਾਕੀ ਰਹੀ ਸੰਪਰਦਾ ਦੀ ਗੱਲ, ਅਤੇ ਅਸੀਂ 10ਵੀਂ ਟਕਸਾਲੀ ਸੰਪਰਦਾ ਦੇ ਸਿੱਖ ਹੈਗੇ ਆ। ਜਦ ਇਹ ਗੱਲ ਹੋਈ ਸੀ ਤਾਂ ਫਿਰ ਇਹਨਾਂ ਸਾਧੂ ਨੇ ਬਾਬਾ ਈਸ਼ਰ ਸਿੰਘ ਨੂੰ ਪੁੱਛਿਆ ਸੀਗਾ ਵੀ ਤੁਹਾਡਾ ਜਿਹੜਾ ਟਕਸਾਲ ਦਾ ਜੋ ਮਹਾਂਪੁਰਖ ਹੈਗਾ ਉਹ ਕਿੱਥੋਂ ਹੁੰਦਾ ਹੈ। ਅਤੇ ਫਿਰ ਬਾਬਾ ਜੀ ਨੇ ਬਾਬਾ ਦੀਪ ਸਿੰਘ ਹੁਣਾਂ ਦਾ ਨਾਮ ਦੱਸਿਆ ਸੀ। ਅਤੇ ਦਮਦਮਾ ਸਾਹਿਬ ਜਿਹੜੀ ਟਕਸਾਲ ਸੀ ਮਹਾਂਪੁਰਖਾਂ ਨੇ ਫਿਰ ਸੰਤ ਫਤਿਹ ਸਿੰਘ ਹੁਣਾਂ ਨੂੰ ਕਹਿ ਕੇ ਉਹਨਾਂ ਟਾਈਮਾਂ ਦੇ ਵਿੱਚ 5ਵਾਂ ਤਖਤ ਵਜੋਂ ਜਿਹੜੀ ਸੀਗੀ ਉਹ ਚਲਾਈ ਸੀਗੀ। ਇਸੇ ਤਰ੍ਹਾਂ ਇੱਕ ਵਾਰੀ ਕੀ ਹੋਇਆ ਸੀਗਾ ਕਿ ਇੱਕ ਪ੍ਰੇਮੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ, ਅਤੇ ਜਦ ਦਰਸ਼ਨ ਕਰਨ ਆਇਆ ਨੇ ਆ ਕੇ ਮੱਥਾ ਟੇਕਿਆ, ਅਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਪ੍ਰੇਮੀ ਨੂੰ ਪੁੱਛਿਆ ਕਿ ਪ੍ਰੇਮੀ ਇਹ ਦੱਸ ਨਿਤਨੇਮ ਕੀ ਕਰਦਾ। ਤਾਂ ਉਹ ਪ੍ਰੇਮੀ ਕਹਿਣ ਲੱਗਾ ਜੀ ਨਿਤਨੇਮ ਕਰਨ ਦੀ ਕੀ ਲੋੜ ਹੈਗੀ ਆ, ਮਨ ਸਾਫ਼ ਹੋਣਾ ਚਾਹੀਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਕਿ ਮਨ ਕਿਸ ਤਰ੍ਹਾਂ ਸਾਫ਼ ਹੋਵੇ। ਤਾਂ ਫਿਰ ਪ੍ਰੇਮੀ ਕਹਿਣ ਲੱਗਾ ਲਓ ਜੀ ਇਹ ਕਿਹੜਾ ਕੋਈ ਵੱਡਾ ਕੰਮ ਹੈਗਾ, ਕਿਸੇ ਦੇ ਨਾ ਠੱਗੀ ਨਾ ਮਾਰੋ, ਚੋਰੀ ਨਾ ਕਰੋ, ਸਭ ਨੂੰ ਬਰਾਬਰ ਸਮਝੋ, ਇਹਦੇ ਨਾਲ ਮਨ ਸਾਫ਼ ਹੋ ਜਾਂਦਾ। ਅਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਿ ਜੇ ਭਾਂਡਾ ਸਾਫ਼ ਇਸ ਤਰ੍ਹਾਂ ਹੋ ਜਾਂਦਾ ਅਤੇ ਸਾਫ਼ ਹੋਏ ਭਾਂਡੇ ਦਾ ਫਿਰ ਫਾਇਦਾ ਕੀ ਹੈ ਜੇ ਉਸ ਭਾਂਡੇ ਦੇ ਵਿੱਚ ਭੋਜਨ ਨਾ ਹੋਵੇ। ਜਦ ਇਹ ਗੱਲ ਹੋਈ ਆ ਤਾਂ ਫਿਰ ਜਿਹੜਾ ਪ੍ਰੇਮੀ ਸੀਗਾ ਚੁੱਪ ਕਰ ਗਿਆ। ਅਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਉਸ ਨੂੰ ਜਿਹੜਾ ਸੀਗਾ ਇਹ ਉਪਦੇਸ਼ ਦਿੱਤਾ ਸੀਗਾ, ਕਹਿੰਦੇ ਭਾਈ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਆਧਾਰੋ। ਜਦ ਇਹ ਜਿਹੜਾ ਗੁਰਬਾਣੀ ਦੀ ਪੰਕਤੀ ਦਾ ਸਾਰਾ ਭਾਵ ਮਹਾਂਪੁਰਖਾਂ ਨੇ ਫਿਰ ਉਸ ਪ੍ਰੇਮੀ ਨੂੰ ਦੱਸਿਆ ਸੀ, ਉਸ ਤੋਂ ਬਾਅਦ ਉਹ ਪ੍ਰੇਮੀ ਜਿਹੜਾ ਸੀ ਨਿਰਉੱਤਰ ਹੋ ਗਿਆ ਸੀਗਾ। ਸੋ ਦਾਸ ਇੰਨੇ ਹੀ ਬਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।